ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਕਸ਼ਮੀਰ ਸਿੰਘ। ਇਸ ਵੀਡੀਓ ਰਾਹੀਂ ਆਪਾਂ ਸੈਕਸੁਅਲ ਹਰਾਸਮੈਂਟ ਆਫ ਵੂਮਨ ਐਟ ਵਰਕਪਲੇਸ ਐਕਟ 2013 ਦੀ ਗੱਲ ਕਰਾਂਗੇ। ਸ਼ਾਰਟ ਦੇ ਵਿੱਚ ਆਪਾਂ ਇਸ ਐਕਟ ਨੂੰ ਪੌਸ਼ ਐਕਟ ਵੀ ਕਹਿੰਦੇ ਆ। 2013 ਦਸੰਬਰ 2013 ਦੇ ਵਿੱਚ ਇਸ ਐਕਟ ਨੂੰ ਲਾਗੂ ਕਰ ਦਿੱਤਾ ਗਿਆ ਸੀ ਭਾਰਤ ਦੇ ਵਿੱਚ, ਕਿਉਂਕਿ ਇਸ ਐਕਟ ਦਾ ਦਾਇਰਾ ਜਿਹੜਾ ਪੂਰੇ ਭਾਰਤ ਦੇ ਵਿੱਚ। ਐਕਟ ਦੇ ਹੈਡਿੰਗ ਵਿੱਚ ਹੀ ਦਰਜ ਕਰ ਦਿੱਤਾ ਗਿਆ ਪ੍ਰੀਵੈਂਸ਼ਨ, ਪ੍ਰੋਹਿਬਿਸ਼ਨ ਐਂਡ ਰੀਡਰੈਸਲ। ਪ੍ਰੀਵੈਂਸ਼ਨ ਦਾ ਮਤਲਬ ਨਿਵਾਰਨ ਹੋ ਗਿਆ, ਤੇ ਪ੍ਰੋਹਿਬਿਸ਼ਨ ਦਾ ਮਤਲਬ ਹੈ ਕਿਸੇ ਨੂੰ ਰੋਕਣਾ, ਤੇ ਰੀਡਰੈਸਲ ਜੇਕਰ ਕੋਈ ਸ਼ਿਕਾਇਤ ਆਉਂਦੀ ਆ ਤਾਂ ਉਹਦਾ ਨਿਵਾਰਨ ਕਿਵੇਂ ਕਰਨਾ, ਉਸ ਸ਼ਿਕਾਇਤ ਉੱਤੇ ਕੀ ਕਾਰਵਾਈ ਕੀਤੀ ਜਾਣੀ ਆ। ਭਾਰਤੀ ਸੰਵਿਧਾਨ ਦੇ ਵਿੱਚ ਦੋਸਤੋ ਆਰਟੀਕਲ 14 ਅਤੇ 15 ਜਿਹੜੇ ਸਮਾਨਤਾ ਅਤੇ ਬਰਾਬਰੀ ਨੂੰ ਡੀਲ ਕਰਦੇ ਆ। ਪਰ ਜੇਕਰ ਕਿਸੇ ਔਰਤ ਦੇ ਨਾਲ ਵਰਕ ਪਲੇਸ ਦੇ ਉੱਤੇ ਜਾਣੀ ਕਿ ਕੰਮਕਾਜੀ ਸਥਾਨ ਦੇ ਉੱਤੇ ਸੈਕਸੁਅਲ ਹਰਾਸਮੈਂਟ ਹੁੰਦੀ ਆ ਤਾਂ ਉਹਦੇ ਜਿਹੜੇ ਮੌਲਿਕ ਅਧਿਕਾਰ ਆ ਉਹਨਾਂ ਦਾ ਹਨਨ ਮੰਨਿਆ ਜਾਂਦਾ ਹੈ। ਤੇ ਇਸੇ ਤਰ੍ਹਾਂ ਆਰਟੀਕਲ 19 ਆ, ਆਰਟੀਕਲ 19 ਆ ਜਿਹੜਾ ਉਹ ਸਾਨੂੰ ਕਹਿੰਦਾ ਕਿ ਅਸੀਂ ਭਾਰਤ ਦੇ ਵਿੱਚ ਜਾ ਕੇ ਕਿਸੇ ਵੀ ਜਗ੍ਹਾ ਜਾ ਕੇ ਫ੍ਰੀ ਟਰੇਡ ਕਰ ਸਕਦੇ ਹਾਂ। ਜੇਕਰ ਕਿਸੇ ਔਰਤ ਦੇ ਨਾਲ ਸੈਕਸੁਅਲ ਹਰਾਸਮੈਂਟ ਦੀ ਘਟਨਾ ਹੁੰਦੀ ਆ ਤਾਂ ਉਸ ਦੇ ਕਾਰਨ ਕਰਕੇ ਉਹਦਾ ਜਿਹੜਾ ਆਰਟੀਕਲ 19 ਆ ਇਹ ਵੀ ਵਾਇਓਲੇਟ ਹੁੰਦਾ ਹੈ। ਆਰਟੀਕਲ 21 ਆ, ਇਹ ਕਹਿੰਦਾ ਕਿ ਹਰ ਇੱਕ ਵਿਅਕਤੀ ਨੂੰ ਬਿਨਾਂ ਕਿਸੇ ਭੇਦਭਾਵ ਤੋਂ ਸਨਮਾਨ ਦੇ ਨਾਲ ਜ਼ਿੰਦਗੀ ਜੀਣ ਦਾ ਅਧਿਕਾਰ ਆ। ਪਰ ਜੇਕਰ ਕਿਸੇ ਨਾਲ ਸੈਕਸੁਅਲ ਹਰਾਸਮੈਂਟ ਦੀ ਘਟਨਾ ਹੁੰਦੀ ਆ ਤਾਂ ਉਸ ਔਰਤ ਦਾ ਜਿਹੜਾ ਸਨਮਾਨ ਆ ਖੋ ਜਾਂਦਾ ਹੈ, ਜਿਸ ਦੀ ਵਜ੍ਹਾ ਕਰਕੇ ਆਰਟੀਕਲ 21 ਦਾ ਵੀ ਜਿਹੜਾ ਉਲੰਘਣ ਹੁੰਦਾ ਹੈ। ਤੇ ਜੇਕਰ ਕਿਸੇ ਔਰਤ ਦੇ ਨਾਲ ਸੈਕਸੁਅਲ ਹਰਾਸਮੈਂਟ ਦੀ ਘਟਨਾ ਹੁੰਦੀ ਆ ਤਾਂ ਉਹ ਜਾਂ ਤਾਂ ਆਪਣੀ ਕੰਪਲੇਂਟ ਕਮੇਟੀ ਕੋਲ ਕੰਪਲੇਂਟ ਕਰ ਸਕਦੀ ਆ, ਜਾਂ ਫਿਰ ਲੋਕਲ ਕਮੇਟੀ ਕੋਲ ਕਰ ਸਕਦੀ ਆ, ਜਾਂ 181 ਤੇ ਸਰਕਾਰ ਦੇ ਹੋਰ ਵੀ ਹੈਲਪਲਾਈਨ ਨੰਬਰ ਦਿੱਤੇ ਹੋਏ ਆ। 181 ਵੂਮਨ ਉਹ ਹੈਲਪਲਾਈਨ ਆ। 100 ਨੰਬਰ 'ਤੇ ਵੀ ਤੁਸੀਂ ਕਾਲ ਕਰਕੇ ਦਰਜ ਕਰਵਾ ਸਕਦੇ ਆਪਣਾ। ਇਸੇ ਤਰ੍ਹਾਂ ਜੇਕਰ ਔਨਲਾਈਨ ਤੁਸੀਂ ਸ਼ਿਕਾਇਤ ਦਰਜ ਕਰਵਾਉਣੀ ਚਾਹੁੰਦੇ ਆ ਤਾਂ ਇੱਕ ਸ਼ੀ ਬਾਕਸ ਨਾਮ ਦੀ ਵੈਬਸਾਈਟ ਆ, ਜਿਹਦੇ ਉੱਤੇ ਜਾ ਕੇ ਤੁਸੀਂ ਡਾਇਰੈਕਟਲੀ ਆਪਣੀ ਕੰਪਲੇਂਟ ਦਰਜ ਕਰਵਾ ਸਕਦੇ ਆ। ਤੇ ਇਸ ਐਕਟ ਦੇ ਵਿੱਚ ਦਰਜ ਕੀਤਾ ਗਿਆ ਹੈ ਨਾ ਤਾਂ ਤੁਸੀਂ ਰਿਸਪੋਂਡੈਂਟ ਦੀ ਤੇ ਨਾ ਹੀ ਕਲੇਮੈਂਟ ਦੀ, ਮਤਲਬ ਨਾ ਹੀ ਸ਼ਿਕਾਇਤ ਦਰਜ ਕਰਨ ਵਾਲੇ ਦੀ ਤੁਸੀਂ ਪਛਾਣ ਉਜਾਗਰ ਕਰਨੀ ਆ, ਤੇ ਨਾ ਹੀ ਜਿਸ ਵਿਰੁੱਧ ਸ਼ਿਕਾਇਤ ਕੀਤੀ ਗਈ ਆ ਉਹਦੀ ਤੁਸੀਂ ਸ਼ਿਕਾਇਤ ਉਸ ਦਾ ਨਾਮ ਆ ਜਿਹੜਾ ਉਜਾਗਰ ਕਰਨਾ ਹੈ। ਤੇ ਸਰਕਾਰ ਦੀ ਜ਼ਿੰਮੇਵਾਰੀ ਹੈ ਕਿ ਸਾਰੀਆਂ ਔਰਤਾਂ ਨੂੰ ਇਸ ਐਕਟ ਬਾਰੇ ਦੱਸੇ ਕਿ ਇਸ ਐਕਟ ਦੇ ਵਿੱਚ ਔਰਤਾਂ ਦੇ ਕੀ ਹੱਕ ਆ। ਜੇਕਰ ਗੱਲ ਕੀਤੀ ਜਾਵੇ ਤਾਂ ਸਾਡਾ ਜਿਹੜਾ ਨੌਕਰੀ ਪੇਸ਼ਾ ਸਮਾਜ ਆ ਇਹ ਬਹੁਤ ਜ਼ਿਆਦਾ ਪੜ੍ਹਿਆ ਲਿਖਿਆ ਹੈ, ਪਰ ਫਿਰ ਵੀ ਇਸ ਐਕਟ ਬਾਰੇ ਨਾ ਤਾਂ ਅਸੀਂ ਗੱਲ ਕਰਦੇ ਹਾਂ ਤੇ ਨਾ ਹੀ ਅਸੀਂ ਕੋਈ ਦੇ ਬਾਰੇ ਵਿਚਾਰ ਚਰਚਾ ਕਰਦੇ ਹਾਂ। 95% ਜਿਹੜੇ ਕਰਮਚਾਰੀ ਆ ਉਹ ਇਹ ਵੀ ਨਹੀਂ ਜਾਣਦੇ ਕਿ ਇਸ ਐਕਟ ਦੇ ਵਿੱਚ ਔਰਤਾਂ ਦੇ ਕੀ ਹੱਕ ਆ। ਖੁਦ ਔਰਤਾਂ ਵੀ ਨਹੀਂ ਜਾਣਦੀਆਂ ਹੈਗੀਆਂ। ਔਰਤਾਂ ਦੀ ਵੀ ਹੈਲਪ ਤਾਂ ਹੋ ਸਕਦੀ ਹੈ ਜੇਕਰ ਉਹ ਖੁਦ ਆਪਣੇ ਵਾਸਤੇ ਕੰਮ ਕਰਨਗੀਆਂ, ਕਿਉਂਕਿ ਇੱਥੇ ਕੋਈ ਵੀ ਬੰਦਾ ਕਿਸੇ ਦੂਜੇ ਬੰਦੇ ਦੀ ਹੈਲਪ ਨਹੀਂ ਕਰਦਾ ਹੈਗਾ। ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਕਿ ਵਿਸਾਖਾ ਵਰਸਸ ਅਦਰ ਐਂਡ ਸਟੇਟ ਆਫ ਰਾਜਸਥਾਨ। ਇਸ ਕੇਸ ਦੇ ਵਿੱਚ ਜਿਹੜੀਆਂ ਸੁਪਰੀਮ ਕੋਰਟ ਨੇ ਗਾਈਡਲਾਈਨ ਜਾਰੀ ਕੀਤੀਆਂ ਸੀ, ਜਿਹਨੂੰ ਇੱਕ ਲੈਂਡਮਾਰਕ ਮੰਨਿਆ ਜਾਂਦਾ ਔਰਤ ਦੇ ਹੱਕਾਂ ਵਾਸਤੇ ਸੈਕਸੁਅਲ ਹਰਾਸਮੈਂਟ ਦੇ ਕੇਸਾਂ ਦੇ ਵਿੱਚ। ਕੀ ਸੀ ਦੋਸਤੋ, ਰਾਜਸਥਾਨ ਦੇ ਵਿੱਚ ਜਿਹੜੇ ਬਾਲ ਵਿਆਹ ਜਾਣੀ ਕਿ ਛੋਟੇ ਛੋਟੇ ਬੱਚਿਆਂ ਦੇ ਹੀ ਵਿਆਹ ਕਰ ਦਿੱਤੇ ਜਾਂਦੇ ਸੀ। 1992 ਦੇ ਵਿੱਚ ਜਿਹੜੀ ਇੱਕ ਬਨਵਾਰੀ ਦੇਵੀ ਸੀ ਰਾਜਸਥਾਨ ਦੇ ਵਿੱਚ, ਜਿਹੜੀ ਕਿ ਇੱਕ ਸੋਸ਼ਲ ਐਕਟੀਵਿਸਟ ਸੀ ਸਰਕਾਰ ਦੇ ਅੰਡਰ, ਰਾਜਸਥਾਨ ਸਰਕਾਰ ਦੇ ਅੰਡਰ ਇਹ ਨੋਮੀਨੇਟ ਸੀ ਕਿ ਛੋਟੇ ਛੋਟੇ ਬੱਚਿਆਂ ਦੇ ਵਿਆਹ ਨਹੀਂ ਹੋਣ ਦੇਣੇ ਹੈਗੇ, ਉਹਨਾਂ ਨੂੰ ਰੋਕਣ ਵਾਸਤੇ। ਇੱਕ ਪਿੰਡ 'ਚ ਇਸ ਔਰਤ ਨੇ, ਬਨਵਾਰੀ ਦੇਵੀ ਨੇ ਬਾਲ ਵਿਆਹ ਨੂੰ ਜਿਹੜਾ ਪੁਲਿਸ ਦੀ ਸਹਾਇਤਾ ਨਾਲ ਰੋਕਤਿਆ। ਪਰ ਬਾਅਦ ਵਿੱਚ ਜਿਹੜੇ ਪਰਿਵਾਰ ਦੇ ਵਿੱਚ ਵਿਆਹ ਰੋਕਿਆ ਗਿਆ ਸੀ, ਉਸ ਪਰਿਵਾਰ ਦੇ ਲੋਕਾਂ ਵੱਲੋਂ ਜਿਹੜੀ ਬਹੁਤ ਇੱਕ ਘਿਨਾਉਣੀ ਹਰਕਤ ਕੀਤੀ ਗਈ। ਬਨਵਾਰੀ ਦੇਵੀ ਜੀ ਦੇ ਨਾਲ ਸਮੂਹਿਕ ਤੌਰ 'ਤੇ ਬਲਾਤਕਾਰ ਕੀਤਾ ਗਿਆ ਹੈ। ਉਸ ਪਰਿਵਾਰ ਦੇ ਮੈਂਬਰਾਂ ਦੁਆਰਾ ਉਸ ਔਰਤ ਬਨਵਾਰੀ ਦੇਵੀ ਦੇ ਨਾਲ ਬਲਾਤਕਾਰ ਕੀਤਾ ਗਿਆ ਤਾਂ ਕਿ ਉਹਨੂੰ ਸਭ ਕੁਝ ਸਿਖਾਇਆ ਜਾ ਸਕੇ। ਤਾਂ ਇਸ ਤੋਂ ਬਾਅਦ ਬਨਵਾਰੀ ਦੇਵੀ ਨੇ ਪੁਲਿਸ ਕੋਲ ਕੰਪਲੇਂਟ ਕੀਤੀ, ਪਰ ਪੁਲਿਸ ਨੇ ਕੋਈ ਕੰਪਲੇਂਟ ਚੰਗੀ ਤਰ੍ਹਾਂ ਦੇ ਨਾਲ ਦਰਜ ਨਹੀਂ ਕੀਤੀ ਤੇ ਉਹਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਨਿਆਂ ਨਹੀਂ ਦਿੱਤਾ। ਤਾਂ ਇਸ ਤੋਂ ਬਾਅਦ ਉਹਨੇ ਡਿਸਟ੍ਰਿਕਟ ਕੋਰਟ ਦੇ ਵਿੱਚ ਗਈ, ਫਿਰ ਹਾਈ ਕੋਰਟ ਦੇ ਵਿੱਚ ਵੀ ਗਈ, ਪਰ ਚੰਗੀ ਤਰ੍ਹਾਂ ਉਹਦੇ ਕੇਸ ਨੂੰ ਜਿਹੜਾ ਡਿਸਟ੍ਰਿਕਟ ਕੋਰਟ ਨੇ ਤਾਂ ਉਹਦਾ ਕੇਸ ਪਹਿਲੀ ਦਫਾ ਉਹ ਖਾਰਜ ਕਰਤੇ ਆ, ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਸਹੀ ਢੰਗ ਦੇ ਨਾਲ। ਕਹਿੰਦੇ ਵੀ ਸਾਡੇ ਕੋਲ ਜਿਹੜੇ ਸਬੂਤ ਆ ਉਹਨਾਂ ਦੀ ਅਣਹੋਂਦ ਦੇ ਕਾਰਨ ਜਿਹੜੇ ਇਹ ਬਲਾਤਕਾਰੀਆਂ ਉਹਨਾਂ ਨੂੰ ਛੱਡਿਆ ਜਾਂਦਾ ਹੈ। ਤਾਂ ਉਹ ਤੋਂ ਬਾਅਦ ਹਾਈ ਕੋਰਟ ਦੇ ਵਿੱਚ ਵੀ ਸਹੀ ਢੰਗ ਦੇ ਨਾਲ ਕੋਈ ਨਿਆਂ ਨਾ ਮਿਲਦਾ ਦੇਖ ਕੇ ਵੀ ਨਹੀਂ ਮਿਲਦਾ ਹੈਗਾ, ਤਾਂ ਜਿਹੜੇ ਔਰਤਾਂ ਦੇ ਹੱਕਾਂ ਦੇ ਕੰਮ ਕਰਨ ਵਾਸਤੇ ਕਰਨ ਵਾਲੇ ਸੰਗਠਨ ਸੀ ਉਹ ਇਕੱਠੇ ਹੋਏ
ਕਿਉਂਕਿ ਉਸ ਟਾਈਮ ਕਾਫੀ ਜ਼ਿਆਦਾ ਰੌਲਾ ਪੈ ਚੁੱਕਿਆ ਸੀ। ਲਾਈਮਲਾਈਟ ਦੇ ਵਿੱਚ ਇਹ ਕੇਸ ਆ ਚੁੱਕਿਆ ਸੀ, ਬਨਵਾਰੀ ਦੇਵੀ ਜੀ ਦਾ ਕੇਸ। ਇੱਕ ਵਿਸਾਖਾ ਨਾਮ ਦੇ ਸੰਗਠਨ ਦੇ ਹੇਠ ਜਿੰਨੇ ਵੀ ਇਹ ਸੰਗਠਨ ਤੇ ਇਕੱਠੇ ਹੋ ਗਏ ਤਾਂ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਲਿਟੀਗੇਸ਼ਨ ਫਾਈਲ ਕੀਤੀ ਆ, ਜਨਤਕ ਲਿਟੀਗੇਸ਼ਨ, ਜਨਤਕ ਪਟੀਸ਼ਨ ਕਹਿੰਦੇ ਆਪਾਂ, PIL ਪਬਲਿਕ ਇੰਟਰਸਟਡ ਲਿਟੀਗੇਸ਼ਨ ਦਾਖਲ ਕੀਤੀ ਗਈ। ਤੇ 1997 ਦੇ ਵਿੱਚ ਸੁਪਰੀਮ ਕੋਰਟ ਨੇ ਸੈਕਸੁਅਲ ਹਰਾਸਮੈਂਟ ਦੇ ਸੰਬੰਧ ਵਿੱਚ ਗਾਈਡਲਾਈਨ ਜਾਰੀ ਕਰਨ ਵਾਸਤੇ ਸਰਕਾਰ ਨੂੰ ਨਿਰਦੇਸ਼ ਦਿੱਤੇ। ਤੇ ਜਿਹੜੇ ਪੰਜਾਬ ਸਰਕਾਰ ਨੇ 478 ਨੰਬਰ ਦੇ ਰਾਹੀਂ 2002 ਦੇ ਵਿੱਚ ਵਿਸਾਖਾ ਗਾਈਡਲਾਈਨ ਨੂੰ ਆਪਣੇ ਸਮੂਹ ਵਿਭਾਗਾਂ ਦੇ ਉੱਤੇ ਲਾਗੂ ਕੀਤਾ ਗਿਆ ਸੀ। 2002 ਦੇ ਵਿੱਚ 478 ਨੰਬਰ ਸੀ ਦਾ, ਇਹ ਸੀਗਾ ਹੈਗਾ 2002 ਦੇ ਵਿੱਚ 478 ਨੰਬਰ ਆ ਪੱਤਰ ਦਾ, ਜਿਹਦੇ ਰਾਹੀਂ ਵਿਸਾਖਾ ਗਾਈਡਲਾਈਨ ਨੂੰ ਜਾਰੀ ਕੀਤਾ ਗਿਆ। 1 ਤਰੀਕ ਸੀ 2 ਫਰਵਰੀ ਸੀ 2002 ਸਨ, ਤੇ 478 ਪੱਤਰ ਦਾ ਨੰਬਰ ਆ ਜਿਹਦੇ ਰਾਹੀਂ ਵਿਸਾਖਾ ਗਾਈਡਲਾਈਨ ਨੂੰ ਜਾਰੀ ਕੀਤਾ ਗਿਆ ਸੀ। ਤਾਂ 2012 ਦੇ ਵਿੱਚ ਦਿੱਲੀ ਦੇ ਵਿੱਚ ਇੱਕ ਨਿਰਭਇਆ ਕੇਸ ਹੋਇਆ ਸੀ, ਬਹੁਤ ਜ਼ਿਆਦਾ ਘਿਨਾਉਣਾ ਅਪਰਾਧ ਹੋਇਆ ਹੈ। ਤੇ ਉਸ ਟਾਈਮ ਵੀ ਤੁਹਾਨੂੰ ਪਤਾ ਕਿ ਬਹੁਤ ਜ਼ਿਆਦਾ ਜਿਹੜਾ ਲੋਕਾਂ ਨੇ ਪ੍ਰਦਰਸ਼ਨ ਕੀਤੇ ਸੀ। ਤਾਂ ਫਿਰ ਸਰਕਾਰ ਉਸ ਟਾਈਮ ਦਬਾਅ ਦੇ ਵਿੱਚ ਆਈ, ਤਾਂ 2013 ਦੇ ਵਿੱਚ ਜਿਹੜਾ ਇਹ ਐਕਟ ਸੀ ਵਿਸਾਖਾ ਐਕਟ ਤੋਂ ਅੱਗੇ ਜਿਹੜਾ ਪ੍ਰੇਰਿਤ ਹੋ ਕੇ, ਕਿਉਂਕਿ 2007 ਦੇ ਵਿੱਚ ਦਾ ਜਿਹੜਾ ਇਹ ਪੌਸ਼ ਐਕਟ 2013 ਹੈ ਉਹਨੂੰ ਲਾਗੂ ਕਰਨ ਵਾਸਤੇ 2007 ਦੇ ਵਿੱਚ ਇਹਦਾ ਮਸੌਦਾ ਤਿਆਰ ਕਰ ਲਿਆ ਗਿਆ ਸੀ। ਠੀਕ ਹੈ, 2007 ਤੋਂ ਬਾਅਦ ਇਹਦੇ ਉੱਤੇ ਵਿਚਾਰ ਚਰਚਾ ਹੁੰਦੀ ਰਹੀ, ਤੇ 2010 ਦੇ ਵਿੱਚ ਜਿਹੜਾ ਇਸ ਐਕਟ ਨੂੰ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਗਿਆ, ਤੇ 2012 ਦੇ ਵਿੱਚ ਜਿਹੜਾ ਨਿਰਭਇਆ ਕਾਂਡ ਹੁੰਦਾ ਹੈ ਤੇ ਉਹ ਤੋਂ ਬਾਅਦ ਸਰਕਾਰ ਦਬਾਅ ਦੇ ਵਿੱਚ ਆਉਂਦੀ ਆ। ਤਾਂ 2012 ਦੇ ਵਿੱਚ ਹੀ ਇਸ ਐਕਟ ਨੂੰ ਦੁਬਾਰਾ ਫਿਰ ਤੋਂ ਸੋਧ ਕੇ ਸੰਸਦ ਦੇ ਵਿੱਚ ਭੇਜਿਆ ਜਾਂਦਾ ਹੈ। ਤਾਂ ਜਿਹੜਾ 2013 ਦੇ ਵਿੱਚ, ਦਸੰਬਰ 2013 ਦੇ ਵਿੱਚ ਇਹਨੂੰ ਗਜ਼ਟ ਦੇ ਵਿੱਚ ਨੋਟੀਫਿਕੇਸ਼ਨ ਕੱਢ ਕੇ ਲਾਗੂ ਕਰ ਦਿੱਤਾ ਗਿਆ। ਇਸ ਐਕਟ ਦੇ ਵਿੱਚ ਕੁਝ ਟਰਮਾਂ ਹੈ, ਜਿਵੇਂ ਕਿ ਐਗਰੀਵੀਡ ਵੂਮਨ। ਐਗਰੀਵੀਡ ਵੂਮਨ ਕੌਣ ਆ? ਕੋਈ ਵੀ ਜਿਹੜੀ ਵੀ ਔਰਤ ਦੇ ਨਾਲ ਸੈਕਸੁਅਲ ਹਰਾਸਮੈਂਟ ਦੀ ਘਟਨਾ ਹੋਈ ਆ, ਅਸੀਂ ਉਹਨੂੰ ਐਗਰੀਵੀਡ ਵੂਮਨ ਕਹਿੰਦੇ ਆ। ਉਹ ਕਿਤੇ ਵੀ ਹੋ ਸਕਦੀ ਆ, ਵਰਕਿੰਗ ਪਲੇਸ ਜਿੱਥੇ ਉਹ ਕੰਮ ਕਰ ਰਹੀ ਆ, ਉਹ ਕਿਤੇ ਘਰ ਦੇ ਵਿੱਚ ਵੀ ਕੰਮ ਕਰ ਸਕਦੀ ਆ, ਕਿਸੇ ਸਰਕਾਰੀ ਜੌਬ ਵਿੱਚ ਵੀ ਹੋ ਸਕਦੀ ਆ, ਜਾਂ ਉੱਥੇ ਸਰਕਾਰੀ ਜੌਬ ਦੇ ਜਿੱਥੇ ਕੋਈ ਕੰਮ ਹੋ ਰਿਹਾ ਹੈ ਉੱਥੇ ਘਰ ਦੇ ਵਿੱਚੋਂ ਆਪਣੇ ਘਰ ਵਿੱਚੋਂ, ਜ਼ਰੂਰੀ ਨਹੀਂ ਹੈਗਾ ਕਿ ਉਹ ਨੌਕਰੀ ਪੇਸ਼ਾ ਹੋਊਗਾ, ਉਹ ਉੱਥੇ ਆਪਣੇ ਕਿਸੇ ਨਿੱਜੀ ਕੰਮ ਖਾਤਰ ਜਾ ਸਕਦੀ ਆ, ਤੇ ਉੱਥੇ ਉਹਦੇ ਨਾਲ ਕੋਈ ਵੀ ਸੈਕਸੁਅਲ ਹਰਾਸਮੈਂਟ ਦੀ ਘਟਨਾ ਹੋ ਸਕਦੀ ਆ। ਤੇ ਜਿਹਦੇ ਨਾਲ ਵੀ ਸੈਕਸੁਅਲ ਹਰਾਸਮੈਂਟ ਦੀ ਘਟਨਾ ਹੁੰਦੀ, ਅਸੀਂ ਉਹਨੂੰ ਐਗਰੀਵੀਡ ਵੂਮਨ ਕਹਿੰਦੇ ਆ। ਮਤਲਬ ਕਿ ਉਹ ਪੀੜਤ ਆ, ਇਹ ਕੋਈ ਵੀ ਹੋ ਸਕਦੀ ਆ, ਵਿਜ਼ਿਟਿੰਗ ਪੈਲੇਸ ਤੇ ਵੀ ਹੋ ਸਕਦੀ ਆ, ਕੋਈ ਸਟੂਡੈਂਟ ਵੀ ਹੋ ਸਕਦੀ ਆ। ਪੌਸ਼ ਐਕਟ 2013 ਦੇ ਅਧੀਨ ਸ਼ਿਕਾਇਤ ਦਰਜ ਕੌਣ ਕਰਵਾ ਸਕਦਾ? 18 ਸਾਲ ਤੋਂ ਪਲੱਸ ਕੋਈ ਵੀ ਔਰਤ ਆ ਜਿਹੜੀ, ਉਹ ਇਸ ਐਕਟ ਦੇ ਅਧੀਨ ਆਪਣੀ ਸ਼ਿਕਾਇਤ ਆ ਜਿਹੜੀ ਦਰਜ ਕਰਵਾ ਸਕਦੀ ਆ। 18 ਪਲੱਸ ਜਿਹੜੀ ਆ ਉਹ ਇਸ ਐਕਟ ਦੇ ਅਧੀਨ ਕਰਵਾਉਣਗੀਆਂ ਦਰਜ। ਪਰ ਜੇਕਰ ਕਿਸੇ ਵੀ ਔਰਤ ਦੇ ਨਾਲ ਜੋ 18 ਤੋਂ ਘੱਟ ਸਾਲ ਦੀ ਆ, ਉਹਦੇ ਵਿਰੁੱਧ ਕਿਤੇ ਸੈਕਸੁਅਲ ਹਰਾਸਮੈਂਟ ਦੀ ਘਟਨਾ ਹੁੰਦੀ ਆ, ਤਾਂ ਉਹ ਪਾਕਸੋ ਐਕਟ ਦੇ ਅਧੀਨ ਸਿੱਧੀ ਹੀ FIR ਦਰਜ ਹੁੰਦੀ ਆ। ਤੇ ਵਰਕ ਪਲੇਸ ਕੋਈ ਵੀ ਹੋ ਸਕਦਾ, ਜਿੱਥੇ ਵੀ ਕਿਤੇ ਵੀ ਕੋਈ ਕੰਮ ਹੋ ਰਿਹਾ ਹੈ, ਕੋਈ ਗਵਰਨਮੈਂਟ ਆਰਗੇਨਾਈਜੇਸ਼ਨ ਆ, ਕੋਈ NGO, ਕੋਈ ਨਰਸਿੰਗ ਹੋਮ ਆ, ਕੋਈ ਫਾਰਮਸ ਕਾਰਪੋਰੇਸ਼ਨ ਆ ਗਿਆ, ਹਸਪੀਟਲ ਆ ਗਿਆ, ਕਿਸੇ ਵੀ ਪ੍ਰਕਾਰ ਦਾ ਜਿੱਥੇ ਵੀ ਕੋਈ ਵਰਕ ਹੋ ਰਿਹਾ ਹੈ ਉੱਥੇ ਅਸੀਂ ਉਹਨੂੰ ਵਰਕ ਪਲੇਸ ਕਹਾਂਗੇ। ਅੰਪਲਾਇਰ ਕੋਈ ਵੀ ਜਿਹੜਾ ਸਰਕਾਰੀ ਨੌਕਰੀ ਦੇ ਰਿਹਾ ਹੈ, ਕੋਈ ਸਰਕਾਰੀ ਨੌਕਰੀ ਦੇ ਰਿਹਾ, ਕੋਈ ਪ੍ਰਾਈਵੇਟ ਦੇ ਰਿਹਾ ਹੈ, ਉਹਨੂੰ ਅਸੀਂ ਨੌਕਰੀ ਦੇਣ ਵਾਲਾ ਕਹਾਂਗੇ। ਡਵੈਲਿੰਗ ਹਾਊਸ ਮਤਲਬ ਜੇਕਰ ਕਿਸੇ ਦੇ ਘਰ ਦੇ ਵਿੱਚ ਕੋਈ ਨੌਕਰੀ ਵਾਸਤੇ ਜਾ ਰਿਹਾ, ਮਤਲਬ ਕਈ ਘਰਾਂ ਦੇ ਵਿੱਚ ਇਹ ਹੁੰਦੀ ਹੈ ਕਿ ਆਪ ਤਾਂ ਅਸੀਂ ਬਾਹਰ ਕੰਮ ਕਰਦੇ ਹਾਂ ਤੇ ਘਰ ਦੀ ਪਿੱਛੇ ਦੇਖਭਾਲ ਵਾਸਤੇ ਅਸੀਂ ਨੌਕਰ ਰੱਖ ਲੈਂਦੇ ਹਾਂ। ਜਿਵੇਂ ਕਿ ਘਰ ਦੇ ਵਿੱਚ ਸ਼ਹਿਰਾਂ ਦੇ ਵਿੱਚ ਪ੍ਰਚਲਿਤ ਆ ਕਿ ਮੇਡ ਨੂੰ ਰੱਖ ਲੈਂਦੇ ਆ ਘਰ ਦੇ ਵਿੱਚ ਰੋਟੀ ਪਾਣੀ ਵਾਸਤੇ, ਝਾੜੂ ਪੋਚੇ ਵਾਸਤੇ। ਤੇ ਜਦੋਂ ਉਹ ਔਰਤ ਆਂਦੀ ਆ ਕੰਮ ਕਰਨ, ਤਾਂ ਉਹਦੇ ਨਾਲ ਉਸ ਘਰ ਦੇ ਵਿੱਚ ਵੀ ਉਸ ਦੇ ਨਾਲ ਸੈਕਸੁਅਲ ਹਰਾਸਮੈਂਟ ਦੇ ਕੇਸ ਹੋ ਸਕਦੇ ਆ। ਇੰਟਰਨਲ ਕੰਪਲੇਂਟ ਕਮੇਟੀ, ਜਿੱਥੇ ਵੀ ਦੋਸਤੋ 10 ਜਾਂ 10 ਤੋਂ ਜ਼ਿਆਦਾ ਵਿਅਕਤੀ ਕੰਮ ਕਰ ਰਹੇ ਆ, ਕੋਈ ਵੀ ਆਰਗੇਨਾਈਜੇਸ਼ਨ ਆ ਜਿੱਥੇ 10 ਜਾਂ 10 ਤੋਂ ਜ਼ਿਆਦਾ ਬੰਦੇ ਕੰਮ ਕਰ ਰਹੇ ਆ, ਉੱਥੇ ਅਸੀਂ ਇੰਟਰਨਲ ਕੰਪਲੇਂਟ ਕਮੇਟੀ ਜਿਹੜੀ ਇਹ ਲਾਗੂ ਕਰਨੀ ਆ। ਤੇ ਇਹਦੇ ਵਿੱਚ ਘੱਟੋ ਘੱਟ 4 ਮੈਂਬਰ ਆ ਜਿਹੜੇ ਹੋਣੇ ਜ਼ਰੂਰੀ ਆ। ਤੇ
50% ਆ ਜਿਹੜੇ ਮੈਂਬਰ ਆ ਉਹ ਫੀਮੇਲ ਹੋਣੇ ਜ਼ਰੂਰੀ ਆ। 4 ਮੈਂਬਰ ਘੱਟੋ ਘੱਟ 4 ਮੈਂਬਰ ਤੇ 50% ਜਿਹੜੇ ਮੈਂਬਰ ਆ ਉਹ ਫੀਮੇਲ ਹੋਣੇ ਜ਼ਰੂਰੀ ਆ। ਸਭ ਤੋਂ ਪਹਿਲਾਂ ਇਹਦੇ ਵਿੱਚ ਇੱਕ ਚੇਅਰਪਰਸਨ ਹੋਊਗੀ। ਚੇਅਰਪਰਸਨ ਹੋਊਗੀ ਜਿਹੜੀ ਉਸ ਆਫਿਸ ਦੇ ਵਿੱਚ ਸੀਨੀਅਰ ਮੋਸਟ ਕਰਮਚਾਰੀ ਆ, ਉਹਨੂੰ ਅਸੀਂ, ਜੇਕਰ ਉੱਥੇ ਕੋਈ ਸੀਨੀਅਰ ਮੋਸਟ ਨਹੀਂ ਅਵੇਲੇਬਲ ਹੈਗੀ ਤਾਂ ਅਸੀਂ ਉਹ ਆਪਣੇ ਜਿਹੜਾ ਸਾਡਾ ਡਿਪਾਰਟਮੈਂਟ ਆ ਉਹਦੀ ਕਿਸੇ ਹੋਰ ਯੂਨਿਟ ਦੇ ਵਿੱਚੋਂ ਸੀਨੀਅਰ ਮੋਸਟ ਜਿਹੜੀ ਸੀਨੀਅਰ ਮੋਸਟ ਕਰਮਚਾਰੀ ਅਸੀਂ ਉਹਨੂੰ ਜਾਂ ਕਰਮਚਾਰੀਆਂ ਜਾਂ ਅਧਿਕਾਰੀਆਂ ਉਹਨੂੰ ਲੈ ਸਕਦੇ ਹਾਂ। ਤੇ 2 ਮੈਂਬਰ ਚਾਹੀਦੇ ਆ ਜਿਹੜੇ ਔਰਤਾਂ ਦੇ ਹੱਕਾਂ ਵਾਸਤੇ ਕੰਮ ਕਰਦੇ ਹੋਣ ਜਾਂ ਉਹਨਾਂ ਨੂੰ ਲੀਗਲ ਕਾਨੂੰਨੀ ਜਾਣਕਾਰੀ ਹੋਵੇ ਜਾਂ ਉਹ ਸੋਸ਼ਲ ਵਰਕਿੰਗ ਕਰ ਰਹੇ ਹੋਣ। ਤਾਂ ਇੱਕ ਜਿਹੜਾ ਮੈਂਬਰ ਅਸੀਂ NGO ਤੋਂ ਲੈ ਸਕਦੇ ਹਾਂ ਜਾਂ ਕੋਈ ਐਸਾ ਵਿਅਕਤੀ ਜਿਹੜਾ ਔਰਤਾਂ ਦੇ ਹੱਕਾਂ ਵਾਸਤੇ ਕੰਮ ਕਰ ਰਿਹਾ ਹੋਵੇ ਜਾਂ ਜਿਹੜਾ ਸੈਕਸੁਅਲ ਹਰਾਸਮੈਂਟ ਦੇ ਕੇਸਾਂ ਨੂੰ ਪਹਿਲਾਂ ਡੀਲ ਕਰ ਚੁੱਕਿਆ ਹੋਵੇ। ਜਿੱਥੇ ਵੀ ਦੋਸਤੋ 10 ਤੋਂ ਘੱਟ ਵਿਅਕਤੀ ਕੰਮ ਕਰ ਰਹੇ ਆ ਉੱਥੇ ਕੀ ਹੁੰਦਾ, ਉੱਥੇ ਲੋਕਲ ਕੰਪਲੇਂਟ ਕਮੇਟੀ ਬਣਾਉਣਾ ਉਹ ਲਾਗੂ ਕੀਤੀ ਜਾਂਦੀ ਆ, ਬਣਾਈ ਜਾਂਦੀ ਆ। ਤੇ ਇਹਨੂੰ ਕੌਣ ਬਣਾਉਂਦਾ ਹੈ? ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਡਿਪਟੀ ਕਮਿਸ਼ਨਰ ਆ ਇਹਦੇ ਅਧਿਕਾਰ ਖੇਤਰ ਦੇ ਵਿੱਚ ਆਉਂਦਾ ਹੈ ਕਿ ਲੋਕਲ ਕੰਪਲੇਂਟ ਕਮੇਟੀ ਨੂੰ ਉਹ ਨਾਮਜ਼ਦ ਕਰੇ। ਤੇ ਇਹਦੇ ਵਿੱਚ ਵੀ ਘੱਟੋ ਘੱਟ 4 ਮੈਂਬਰ ਹੋਣੇ ਜ਼ਰੂਰੀ ਆ ਤੇ 50% ਆ ਜਿਹੜਾ ਇਹਦੇ ਵਿੱਚ ਵੀ ਫੀਮੇਲ ਹੋਣੀਆਂ ਜ਼ਰੂਰੀ ਆ ਲੋਕਲ ਕੰਪਲੇਂਟ ਕਮੇਟੀ ਦੇ ਵਿੱਚ। ਹੁਣ ਕਈ ਸੈਕਟਰ ਹੋ ਜਾਂਦੇ ਆ ਔਰ ਅਨਆਰਗੇਨਾਈਜੇਸ਼ਨ ਸੈਕਟਰ ਹੋ ਜਾਂਦੇ ਆ ਵੀ ਜਿਹੜੇ ਗੈਰ ਸੰਗਠਿਤ ਖੇਤਰ ਜਿੱਥੇ 10 ਤੋਂ ਘੱਟ ਵਿਅਕਤੀ ਕੰਮ ਕਰਦੇ ਆ, ਜਿਵੇਂ ਕਿ ਘਰਾਂ 'ਚ ਸਫਾਈ ਪੋਚੇ ਵਾਲੇ ਹੋ ਗਏ, ਰੋਟੀ ਬਣਾਉਂਦੀਆਂ ਔਰਤਾਂ, ਹੋਰ ਵੀ ਕਈ ਜਗ੍ਹਾ ਐਸੀਆਂ ਹੋ ਸਕਦੀਆਂ ਜਿਵੇਂ ਕਿ ਠੇਕੇ ਉੱਤੇ ਕੰਮ ਕਰਦੇ ਆ, ਮਕਾਨ ਉਸਾਰੀ ਦਾ ਕੰਮ ਕਰ ਰਹੀਆਂ ਔਰਤਾਂ, ਕੋਈ ਹੋਰ ਵੀ ਐਸੇ ਕੰਮ ਬਹੁਤ ਜ਼ਿਆਦਾ ਕੰਮ ਆ ਜਿਨ੍ਹਾਂ ਦੇ ਵਿੱਚ 10 ਤੋਂ ਘੱਟ ਵਿਅਕਤੀਆਂ ਦੀ ਲੋੜ ਪੈਂਦੀ ਹੈ। ਕੋਈ ਦੁਕਾਨ ਉੱਤੇ ਕੰਮ ਕਰ ਰਹੀ ਆ, ਉੱਥੇ ਜਿਹੜੀ ਚੇਅਰਪਰਸਨ ਹੁੰਦੀ ਆ ਉਹ ਵੀ ਇੱਕ ਐਸੀ ਔਰਤ ਲਈ ਜਾਂਦੀ ਹੈ ਜਿਹੜੀ ਔਰਤਾਂ ਵਾਸਤੇ ਕੰਮ ਕਰ ਰਹੀ ਹੈ, ਸੋਸ਼ਲ ਵਰਕ ਕਰ ਰਹੀ ਆ ਤੇ ਨੋਮੀਨੇਟ ਕੀਤੀ ਜਾਂਦੀ ਆ ਸਰਕਾਰ ਦੁਆਰਾ। ਤੇ ਇੱਕ ਮੈਂਬਰ ਮਿਊਨਿਸਪਲ ਕਮੇਟੀ ਵਿੱਚੋਂ ਲਿਆ ਜਾਊਗਾ ਜਾਂ ਵਾਰਡ ਦੇ ਵਿੱਚੋਂ ਜਾਂ ਬਲਾਕ ਪੱਧਰ ਤੇ ਜਾਂ ਤਹਿਸੀਲ ਦੇ ਵਿੱਚੋਂ, ਜਿੱਥੋਂ ਵੀ ਸੂਟੇਬਲ ਹੋਵੇ ਸਰਕਾਰ ਉਹਨੂੰ ਲੈ ਸਕਦੀ ਆ। ਤੇ ਇਸੇ ਤਰ੍ਹਾਂ 2 ਮੈਂਬਰ ਲੈਣੇ ਅਸੀਂ NGO ਦੇ ਵਿੱਚੋਂ, ਕੋਈ ਐਸੋਸੀਏਸ਼ਨ ਜਾਂ ਪਰਸਨ ਜਿਹੜੇ ਔਰਤਾਂ ਦੇ ਹੱਕਾਂ ਵਾਸਤੇ ਗੱਲ ਕਰ ਰਹੇ ਆ। ਇਹਨਾਂ ਦੇ ਵਿੱਚ ਇੱਕ ਮੈਂਬਰ ਔਰਤ ਹੋਣੀ ਜ਼ਰੂਰੀ ਚਾਹੀਦੀ ਆ। ਇੱਕ ਹੀ ਐਸੀ ਔਰਤ ਚਾਹੀਦਾ ਜਿਹਦਾ ਕਾਨੂੰਨੀ ਤੌਰ ਤੇ ਜਿਹਨੂੰ ਜਾਣਕਾਰੀ ਹੋਵੇ ਸੈਕਸੁਅਲ ਹਰਾਸਮੈਂਟ ਲਾਅ ਦੇ ਬਾਰੇ ਜਾਂ ਔਰਤਾਂ ਦੇ ਹੱਕਾਂ ਬਾਰੇ। ਐਕਸ ਆਫਿਸੋ ਮੈਂਬਰ ਭਾਵ ਕੋਈ ਵੀ ਜਿਹੜਾ ਸੋਸ਼ਲ ਵੈਲਫੇਅਰ ਤੇ ਵੂਮੈਨ ਡਿਵੈਲਪਮੈਂਟ ਵਿਭਾਗ ਦੇ ਵਿੱਚ ਕੰਮ ਕਰ ਚੁੱਕਿਆ ਹੋਵੇ ਉਸ ਵਿਅਕਤੀ ਨੂੰ ਇਹਦੇ ਵਿੱਚ ਨਾਮਜ਼ਦ ਕੀਤਾ ਜਾਂਦਾ। ਅਨਵੈਲਕਮ ਦੀ ਸ਼੍ਰੇਣੀ ਦੇ ਵਿੱਚ ਕਿਹੜਾ ਐਕਟ ਆਉਂਦਾ ਹੈ? ਜੇਕਰ ਅਸੀਂ ਔਰਤ ਨੂੰ ਕਿਸੇ ਵੀ ਸਾਡੇ ਐਕਟ ਦੇ ਨਾਲ ਔਰਤ ਬੁਰਾ ਮਹਿਸੂਸ ਕਰਦੀ ਹੈ, ਉਹ ਚੰਗਾ ਮਹਿਸੂਸ ਨਹੀਂ ਕਰ ਰਹੀ, ਤਾਂ ਉਹ ਅਨਵੈਲਕਮ ਦੀ ਕੈਟਾਗਰੀ ਦੇ ਵਿੱਚ ਸ਼ਬਦ ਆ ਜਾਂਦੇ ਆ। ਸ਼ਬਦ ਜਾਂ ਐਕਟ ਕੋਈ ਵੀ ਤੇ ਵਨ ਸਾਈਡਡ ਗੱਲਾਂ ਕਰ ਰਹੇ ਹਾਂ ਅਸੀਂ ਤੇ ਔਰਤ ਨੂੰ ਅਸੀਂ ਕਮਜ਼ੋਰ ਮਹਿਸੂਸ ਕਰਵਾ ਰਹੇ ਹਾਂ ਜਾਂ ਅਸੀਂ ਆਪਣੀ ਪਾਵਰ ਦੀ ਕਿਤੇ ਵਰਤੋਂ ਕਰਕੇ ਔਰਤ ਨੂੰ ਸਹੀ ਅਨੁਭਵ ਨਹੀਂ ਦੇ ਰਹੇ। ਅਨਵਾਂਟਡ ਮਤਲਬ ਕਿ ਉਹਦੀ ਇੱਛਾ ਦੇ ਵਿਰੁੱਧ ਕੋਈ ਕੰਮ ਕਰ ਰਹੇ ਹਾਂ, ਕੋਈ ਕੰਮ ਇਲੀਗਲ ਤੌਰ ਤੇ ਅਸੀਂ ਕਰ ਰਹੇ ਹਾਂ ਜਾਂ ਅਸੀਂ ਔਰਤ ਨੂੰ ਕਰਨ ਲਈ ਮਜਬੂਰ ਕਰ ਰਹੇ ਹਾਂ, ਉਹਦੇ ਉੱਤੇ ਕੋਈ ਹਮਲਾ ਕੀਤਾ ਜਾਂਦਾ ਹੈ, ਉਹਨੂੰ ਅਪਮਾਨਿਤ ਕਰ ਰਹੇ ਹਾਂ ਜਾਂ ਅਸੀਂ ਉਹਦੇ ਗੁੱਸੇ ਦਾ ਕਾਰਨ ਬਣ ਰਹੇ ਹਾਂ ਜਾਂ ਉਹਦੀ ਉਦਾਸੀ ਦਾ ਕਾਰਨ ਬਣ ਰਹੇ ਹਾਂ। ਤੇ ਇਸੇ ਤਰ੍ਹਾਂ ਅਸੀਂ ਜੇਕਰ ਉਹਦੀ ਸੈਲਫ ਅਸਟੀਮ ਨੂੰ ਖਰਾਬ ਕਰ ਰਹੇ ਹਾਂ ਤਾਂ ਵੀ ਇਹ ਅਨਵੈਲਕਮ ਦੀ ਸ਼੍ਰੇਣੀ ਦੇ ਵਿੱਚ ਆਉਂਦਾ ਹੈ। ਪੋਕਸੋ ਐਕਟ 2013 ਦੇ ਅਧੀਨ। ਪੋਕਸੋ ਐਕਟ 2013 ਦੀ ਧਾਰਾ 2 ਇਹਦੇ ਅੱਗੇ ਧਾਰਾ N ਇਹਦੇ ਵਿੱਚ ਸੈਕਸ਼ੂਅਲ ਹਰਾਸਮੈਂਟ ਤੋਂ ਮੀਨਿੰਗ ਦੱਸਿਆ ਗਿਆ। ਕੋਈ ਵੀ ਐਸਾ ਅਨਵੈਲਕਮ ਐਕਟ ਜਾਂ ਸਾਡਾ ਬਿਹੇਵੀਅਰ ਜਿਹੜਾ ਸਿੱਧੇ ਤੌਰ ਤੇ ਜਾਂ ਨਿਸ਼ਚਿਤ ਤੌਰ ਤੇ ਇਹ ਇਸ਼ਾਰਾ ਕਰਦਾ ਹੈ ਫਿਜ਼ੀਕਲ ਕੰਟੈਕਟ ਐਂਡ ਐਡਵਾਂਸਸ। ਅਸੀਂ ਔਰਤ ਦੇ ਨਾਲ ਸਿੱਧੇ ਤੌਰ ਤੇ ਉਹਦੇ ਫਿਜ਼ੀਕਲ ਰਿਲੇਸ਼ਨ ਦੀ ਮੰਗ ਕਰਦੇ ਹਾਂ ਜਾਂ ਕੋਈ ਐਡਵਾਂਸ ਦੀ ਮੰਗ ਕਰ ਰਹੇ ਹਾਂ ਜਾਂ ਉਹਦੇ ਨਾਲ ਕੰਟੈਕਟ ਕਰ ਰਹੇ ਹਾਂ ਤਾਂ ਇਹ ਸਿੱਧੇ ਤੌਰ ਤੇ ਸੈਕਸ਼ੂਅਲ ਹਰਾਸਮੈਂਟ ਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ। ਡਿਮਾਂਡ ਔਰ ਰਿਕੁਐਸਟ, ਅਸੀਂ ਉਹ ਤੋਂ ਔਰਤ ਤੋਂ ਕੋਈ ਡਿਮਾਂਡ ਰੱਖਦੇ ਹਾਂ ਜਾਂ ਉਹ ਤੋਂ ਰਿਕੁਐਸਟ ਕਰਦੇ ਹਾਂ ਸੈਕਸ਼ੂਅਲ ਹਰਾਸਮੈਂਟ ਸੈਕਸ਼ੂਅਲ ਫੇਵਰ ਦੀ। ਮੇਕਿੰਗ ਸੈਕਸ਼ੂਅਲ ਕਲਰਡ ਰਿਮਾਰਕ, ਜੇਕਰ ਅਸੀਂ ਲੈਂਗਿਕ ਆਧਾਰ ਦੇ ਉੱਤੇ ਕੋਈ ਕਮੈਂਟਬਾਜ਼ੀ ਕਰਦੇ ਹਾਂ ਤਾਂ ਇਹ ਸੈਕਸ਼ੂਅਲ ਹਰਾਸਮੈਂਟ ਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ। ਤੇ ਔਰਤ ਨੂੰ ਅਸੀਂ ਕੋਈ ਵੀ ਪ੍ਰਕਾਰ ਦੀ ਪੋਰਨੋਗ੍ਰਾਫੀ ਵੀਡੀਓ ਦਿਖਾਉਂਦੇ ਹਾਂ, ਪੋਰਨੋ ਦਿਖਾਉਂਦੇ ਹਾਂ ਤਾਂ ਇਹ ਸੈਕਸ਼ੂਅਲ ਹਰਾਸਮੈਂਟ ਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ। ਅਨਵੈਲਕਮ ਫਿਜ਼ੀਕਲ, ਕੋਈ ਵਰਬਲ
ਵਰਬਲ ਮਤਲਬ ਬੋਲਣਾ, ਨੌਨ ਵਰਬਲ ਕੰਡਕਟ ਮਤਲਬ ਕਿ ਅਸੀਂ ਭਾਵੇਂ ਬੋਲ ਨਹੀਂ ਵੀ ਬੋਲਦੇ, ਕੋਈ ਇਸ਼ਾਰਾ ਕਰ ਰਹੇ ਹਾਂ, ਕੋਈ ਬੋਡੀ ਲੈਂਗੁਏਜ ਇਸ ਤਰੀਕੇ ਦੀ ਬਣਾ ਰਹੇ ਹਾਂ ਕਿ ਜਿਸ ਦੇ ਨਾਲ ਔਰਤ ਨੂੰ ਜਿਹੜਾ ਸਹੀ ਮਹਿਸੂਸ ਨਹੀਂ ਹੋ ਰਿਹਾ, ਤਾਂ ਇਹ ਸਾਰੇ ਸੈਕਸੁਅਲ ਹਰਾਸਮੈਂਟ ਦੇ ਨੇਚਰ ਦੇ ਵਿੱਚ ਆਉਂਦੇ ਆ ਤੇ ਸੈਕਸੁਅਲ ਹਰਾਸਮੈਂਟ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ। ਇਹ ਜਿਹੜੀ ਧਾਰਾ 5 ਜੋੜ ਦਿੱਤੀ ਗਈ ਆ, ਇਸ ਦੇ ਬਹੁਤ ਵੱਡੇ ਮੀਨਿੰਗ ਪੈਦਾ ਹੋ ਗਏ ਆ। ਪੋਸ ਐਕਟ 2013 ਦੇ ਧਾਰਾ 3 ਇਹਦੇ ਵਿੱਚ ਕਿਹਾ ਗਿਆ ਕਿ ਕਿਸੇ ਵੀ ਔਰਤ ਦੇ ਨਾਲ ਕੰਮ ਵਾਲੀ ਜਗ੍ਹਾ ਉੱਤੇ ਸੈਕਸੁਅਲ ਹਰਾਸਮੈਂਟ ਕਰਨ ਦੀ ਕੋਈ ਵੀ ਜਗ੍ਹਾ ਨਹੀਂ ਹੈਗੀ। ਜੇਕਰ ਹੇਠ ਲਿਖੀਆਂ ਘਟਨਾਵਾਂ ਵਾਪਰਦੀਆਂ ਹੈ ਤਾਂ ਇਹਨੂੰ ਵੀ ਸੈਕਸ਼ੂਅਲ ਹਰਾਸਮੈਂਟ ਦੀ ਕੈਟਾਗਰੀ ਦੇ ਵਿੱਚ ਮੰਨਿਆ ਜਾਊਗਾ। ਇੰਪਲਾਈਡ ਔਰ ਐਕਸਪਲਿਸਿਟ ਪ੍ਰੋਮਿਸ ਪ੍ਰੈਫਰੈਂਸ਼ੀਅਲ ਟਰੀਟਮੈਂਟ ਇਨ ਹਰ ਇੰਪਲਾਇਮੈਂਟ, ਵੀ ਜੇਕਰ ਇੱਕ ਔਰਤ ਵਾਸਤੇ ਉਹਨੂੰ ਪ੍ਰੈਫਰੈਂਸ ਦਿੱਤੀ ਗਈ ਆ ਕਿ ਇੱਕ ਹੱਥ ਦੇ ਤੇ ਦੂਜੇ ਹੱਥ ਕੋਈ ਫੇਵਰ ਲੇ ਕਿ ਮੇਰੀਆਂ ਸੈਕਸੁਅਲ ਡਿਜ਼ਾਇਰ ਤੂੰ ਪੂਰੀਆਂ ਕਰ, ਤਾਂ ਮੈਂ ਤੈਨੂੰ ਤੇਰੇ ਭਵਿੱਖ ਵਾਸਤੇ ਅੱਗੇ ਨੂੰ ਜਿਹੜੀ ਤੇਰਾ ਭਵਿੱਖ ਆਵੇਗਾ ਉਹਦੇ ਵਿੱਚ ਮੈਂ ਤੈਨੂੰ ਬਹੁਤ ਜ਼ਿਆਦਾ ਲਾਭ ਦੇਵਾਂਗਾ, ਤੇ ਸੈਕਸ਼ੂਅਲ ਹਰਾਸਮੈਂਟ ਦੀ ਕੈਟਾਗਰੀ ਦੇ ਵਿੱਚ ਆਉਂਦਾ ਹੈ। ਅਤੇ ਡੈਟਰੀਮੈਂਟਲ ਟਰੀਟਮੈਂਟ ਭਾਵ ਅਸੀਂ ਉਸ ਨੂੰ ਧਮਕੀ ਦੇ ਰਹੇ ਹਾਂ, ਕੋਈ ਧਮਕੀ ਦੇ ਕੇ ਉਸ ਤੋਂ ਆਪਣੀ ਸੈਕਸ਼ੂਅਲ ਡਿਜ਼ਾਇਰ ਪੂਰੀਆਂ ਕਰਵਾ ਰਹੇ ਹਾਂ, ਤਾਂ ਉਸ ਤੋਂ ਭਾਵ ਇਹ ਸਿੱਧੀ ਤੌਰ 'ਤੇ ਸੈਕਸ਼ੂਅਲ ਹਰਾਸਮੈਂਟ ਦੀ ਕੈਟਾਗਰੀ ਦੇ ਵਿੱਚ ਆਵੇਗਾ। ਅਤੇ ਉਹਦੇ ਪ੍ਰੈਜੈਂਟ ਫਿਊਚਰ ਬਾਰੇ ਉਹਨੂੰ ਕੋਈ ਟਰੀਟ ਕਰ ਰਹੇ ਹਾਂ, ਉਹਨੂੰ ਧਮਕੀ ਦੇ ਰਹੇ ਹਾਂ ਕਿ ਕੱਲ੍ਹ ਨੂੰ ਤੇਰਾ ਭਵਿੱਖ ਖਰਾਬ ਕਰ ਦਿਆਂਗੇ, ਤਾਂ ਇਹ ਵੀ ਸੈਕਸ਼ੂਅਲ ਹਰਾਸਮੈਂਟ ਦੀ ਕੈਟਾਗਰੀ ਦੇ ਵਿੱਚ ਦਰਜ ਕੀਤਾ ਗਿਆ। ਅਤੇ ਉਹਦੇ ਵਾਸਤੇ ਓਫੈਂਸਿਵ ਹੋਸਟਾਈਲ ਇੰਟੀਮੀਡੇਟਿੰਗ ਭਾਵ ਉਹਦੇ ਵਾਸਤੇ ਅਸੀਂ ਐਸਾ ਵਾਤਾਵਰਨ ਕ੍ਰੀਏਟ ਕਰਦੇ ਹਾਂ ਕਿ ਜਿੱਥੇ ਉਹ ਕੰਮ ਨਹੀਂ ਕਰ ਸਕਦੀ, ਤਾਂ ਇਹ ਵੀ ਸਿੱਧਾ ਤੌਰ 'ਤੇ ਸੈਕਸ਼ੂਅਲ ਹਰਾਸਮੈਂਟ ਐਕਟ 2013 ਦੇ ਅਧੀਨ ਕਵਰ ਹੁੰਦਾ ਹੈ ਅਤੇ ਉਹਦੀ ਸ਼ਿਕਾਇਤ ਦਰਜ ਕਰਵਾ ਸਕਦੇ ਹਾਂ ਅਸੀਂ। ਹਿਊਮੀਲੇਟਿੰਗ ਉਹਦੀ ਹੈਲਥ ਅਤੇ ਸੇਫਟੀ ਨੂੰ ਲੈ ਕੇ ਅਸੀਂ ਉਹਨੂੰ ਅਪਮਾਨਜਨਕ ਕਰਦੇ ਹਾਂ, ਟਿੱਪਣੀਆਂ ਕਰਦੇ ਹਾਂ, ਤਾਂ ਇਹ ਚੀਜ਼ ਵੀ ਜਿਹੜੀ ਆ ਸੈਕਸ਼ੂਅਲ ਹਰਾਸਮੈਂਟ ਦੀ ਕੈਟਾਗਰੀ ਦੇ ਵਿੱਚ ਦਰਜ। ਅਸੀਂ ਕੋਈ ਵੀ ਐਕਟ ਕਰਦੇ ਹਾਂ ਜਿਹੜੇ ਐਕਟ ਦੇ ਰਾਹੀਂ ਔਰਤ ਅਨਵੈਲਕਮ ਮਹਿਸੂਸ ਕਰਦੀ ਆ, ਭਾਵੇਂ ਅਸੀਂ ਇਸ਼ਾਰੇ ਦੇ ਨਾਲ ਕਰਦੇ ਹਾਂ, ਭਾਵੇਂ ਬੋਲ ਕੇ ਕਰਦੇ ਹਾਂ, ਜਾਂ ਔਰਤ ਨੂੰ ਟੱਚ ਕਰਕੇ ਕਰਦੇ ਹਾਂ, ਇਹ ਸਾਰੀਆਂ ਗੱਲਾਂ ਸੈਕਸ਼ੂਅਲ ਹਰਾਸਮੈਂਟ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ। ਤੁਸੀਂ ਇਹਨਾਂ ਗੱਲਾਂ ਨੂੰ ਪੜ੍ਹ ਸਕਦੇ ਆ ਕਿ ਕਿਹੜੀ ਗੱਲ ਆ ਜਿਹੜੀ ਕਿਹੜਾ ਐਕਟ ਆ ਜਿਹੜਾ ਸੈਕਸ਼ੂਅਲ ਹਰਾਸਮੈਂਟ ਦੀ ਕੈਟਾਗਰੀ ਦੇ ਵਿੱਚ ਆ ਸਕਦਾ। ਤੁਸੀਂ ਵੀਡੀਓ ਨੂੰ ਪੌਜ਼ ਕਰ ਸਕਦੇ ਆ, ਪੌਜ਼ ਕਰਕੇ ਪੜ੍ਹ ਲਓ। ਤੁਸੀਂ ਵੀਡੀਓ ਨੂੰ ਪੌਜ਼ ਕਰਕੇ ਦੇਖ ਸਕਦੇ ਇਹਨਾਂ ਨੂੰ। ਈਵ ਟੀਜ਼ਿੰਗ ਦਾ ਮਤਲਬ ਹੁੰਦਾ ਕਿ ਔਰਤ ਨੂੰ ਛੇੜਨਾ, ਉਹਨੂੰ ਜਾਣਬੁੱਝ ਕੇ ਤੰਗ ਕਰਨਾ। ਅਸੀਂ ਆਪਣੇ ਵਿਵਹਾਰ ਦੇ ਰਾਹੀਂ ਜਦੋਂ ਵੀ ਕਿਸੇ ਔਰਤ ਨੂੰ ਤੰਗ ਪਰੇਸ਼ਾਨ ਕਰਦੇ ਹਾਂ, ਅਸੀਂ ਜੇਕਰ ਸਾਡੇ ਐਕਟ ਦੇ ਨਾਲ ਔਰਤ ਨੂੰ ਅਨਵੈਲਕਮ ਮਹਿਸੂਸ ਹੋ ਰਿਹਾ ਹੈ, ਅਸੀਂ ਸਾਡੇ ਐਕਟ ਦੇ ਰਾਹੀਂ ਉਹ ਇਰੀਟੇਟ ਹੋ ਰਹੀ ਆ, ਤੰਗ ਪਰੇਸ਼ਾਨ ਹੋ ਰਹੀ ਆ, ਅਤੇ ਉਹਨੂੰ ਗੁੱਸਾ ਆ ਰਿਹਾ ਹੈ, ਅਤੇ ਉਹਨੂੰ ਸ਼ਰਮ ਮਹਿਸੂਸ ਹੋ ਰਹੀ ਆ, ਸਾਡੇ ਕਮੈਂਟਸ ਦੇ ਰਾਹੀਂ ਅਸੀਂ ਕੋਈ ਟੌਂਟਬਾਜ਼ੀ ਕਰ ਰਹੇ ਹਾਂ ਉਹਦੇ ਲੈਂਗਿਕ ਜੈਂਡਰ ਦੇ ਉੱਤੇ ਜਾਂ ਉਹਦੀ ਫਿਜ਼ੀਕਲ ਬਣਾਵਟ ਦੇ ਉੱਤੇ, ਤਾਂ ਇਹ ਸਾਰੀਆਂ ਈਵ ਟੀਜ਼ਿੰਗ ਦੇ ਵਿੱਚ ਆਉਂਦੀਆਂ। ਇਹ ਉਹ ਐਕਟ ਆ ਜਿਹੜੇ ਸੈਕਸ਼ੂਅਲ ਹਰਾਸਮੈਂਟ ਦੇ ਅਧੀਨ ਕਵਰ ਨਹੀਂ ਹੁੰਦੇ ਹੈਗੇ, ਇਹ ਇੱਕ ਰੂਟੀਨ ਦੀ ਕਾਰਵਾਈ ਮੰਨੇ ਜਾਂਦੇ ਆ। ਕੁਇਡ ਪ੍ਰੋ ਕਿਊ ਜਿਹੜੀ ਸੈਕਸ਼ੂਅਲ ਹਰਾਸਮੈਂਟ ਦੇ ਕੇਸ ਦੋ ਤਰੀਕੇ ਦੇ ਹੁੰਦੇ ਆ। ਪਹਿਲਾ ਤਰੀਕਾ ਮੰਨਿਆ ਜਾਂਦਾ ਕੁਇਡ ਪ੍ਰੋ ਕਿਊ, ਇਹ ਹੁੰਦਾ ਹੈ ਦਿਸ ਫਾਰ ਦੈਟ, ਮਤਲਬ ਕਿ ਤੂੰ ਮੇਰੀਆਂ ਸੈਕਸ ਦੀਆਂ ਇੱਛਾਵਾਂ ਪੂਰੀਆਂ ਕਰ ਅਤੇ ਮੈਂ ਤੇਰੇ ਭਵਿੱਖ ਵਾਸਤੇ ਵਧੀਆ ਕੰਮ ਕਰਾਂਗਾ ਅਤੇ ਤੈਨੂੰ ਭਵਿੱਖ ਦੇ ਵਿੱਚ ਪ੍ਰਮੋਸ਼ਨ ਦਿਆਂਗਾ, ਜਾਂ ਕੁਝ ਹੋਰ ਵੀ ਜੋ ਵੀ ਮੇਰੇ ਤੋਂ ਫੇਵਰ ਹੋਇਆ ਮੈਂ ਤੈਨੂੰ ਕਰਾਂਗਾ। ਜ਼ਰੂਰੀ ਨਹੀਂ ਹੈਗਾ ਜਿਹੜਾ ਕਿ ਦਿਸ ਫਾਰ ਦੈਟ ਦੀ ਜਿਹੜੀ ਪੋਜੀਸ਼ਨ ਆ ਉਹ ਔਰਤ ਦੀ ਸਹਿਮਤੀ ਦੇ ਨਾਲ ਹੀ ਹੋਵੇ। ਕਈ ਵਾਰ ਔਰਤ ਨੂੰ ਧਮਕਾ ਕੇ ਵੀ ਦਿਸ ਫਾਰ ਦੈਟ ਦੀ ਜਿਹੜੀ ਪੋਜੀਸ਼ਨ ਆ ਉਹ ਲਾਗੂ ਕਰ ਦਿੱਤੀ ਜਾਂਦੀ ਆ। ਹੋਸਟਾਈਲ ਵਰਕ ਐਨਵਾਇਰਨਮੈਂਟ ਜਿਹੜੀ ਦਿਸ ਫਾਰ ਦੈਟ ਉਹ ਪਹਿਲੀ ਆ, ਇਹ ਦੂਜੀ ਕੈਟਾਗਰੀ ਆ ਜਾਂਦੀ ਹੈ ਸੈਕਸ਼ੂਅਲ ਹਰਾਸਮੈਂਟ ਦੀ। ਔਰਤ ਵਾਸਤੇ ਐਸੀ ਸਥਿਤੀ ਪੈਦਾ ਕਰ ਦਿੰਦਾ ਕਿ ਉਹ ਸਹੀ ਤਰੀਕੇ ਦੇ ਨਾਲ ਉਹਦੇ ਕੰਮ ਦੇ ਵਿਰੋਧੀ ਹਾਲਾਤ ਐਸੇ ਪੈਦਾ ਕਰ ਦਿੰਦੇ ਆ ਕਿ ਉਹ ਸਹੀ ਤਰੀਕੇ 'ਚ ਆਪਣਾ ਕੰਮ ਨਹੀਂ ਕਰ ਸਕਦੀ ਅਤੇ ਉਹਦੀ ਜਿਹੜੀ ਪਰਫਾਰਮੈਂਸ ਆ ਉਹ ਵੀ ਸਹੀ ਨਹੀਂ ਰਹਿੰਦੀ ਹੈਗੀ। ਇਸ ਪ੍ਰਕਾਰ ਦਾ ਕੋਈ ਵੀ ਜੇਕਰ ਅਸੀਂ ਵਾਤਾਵਰਨ ਕ੍ਰੀਏਟ ਕਰ ਰਹੇ ਹਾਂ ਤਾਂ ਹੋਸਟਾਈਲ ਵਰਕ ਐਨਵਾਇਰਨਮੈਂਟ ਦੇ ਵਿੱਚ ਆਉਂਦਾ ਹੈ। ਜਿਹੜੀ ਸੈਕਸ਼ੂਅਲ ਹਰਾਸਮੈਂਟ ਦੀ ਘਟਨਾ ਜ਼ਰੂਰੀ ਨਹੀਂ ਹੈਗਾ ਕਿ ਵਰਕ ਪਲੇਸ 'ਤੇ ਹੀ ਹੋਵੇ, ਇਹ ਕਿਸੇ ਹੋਰ ਸਥਾਨ 'ਤੇ ਵੀ ਹੋ ਸਕਦੀ ਆ। ਜਿਵੇਂ ਕਿ ਕੋਈ ਸੋਸ਼ਲ ਇਵੈਂਟ ਔਰਗੇਨਾਈਜ਼ ਕੀਤਾ ਗਿਆ ਹੈ, ਕੋਈ ਵਰਕ ਰਿਲੇਟਡ ਟਰੈਵਲ ਕਰ ਰਹੇ ਹਾਂ ਅਸੀਂ, ਕਿਸੇ ਕਲਾਇੰਟ ਦੇ ਘਰ ਦੇ ਉੱਤੇ ਵੀ ਹੋ ਸਕਦਾ, ਕਸਟਮਰ ਦੇ ਘਰ ਦੇ ਉੱਤੇ ਵੀ ਹੋ ਸਕਦਾ ਹੈ, ਟ੍ਰੇਨਿੰਗ ਇਵੈਂਟ ਦੇ ਵਿੱਚ ਹੋ ਸਕਦਾ, ਕੋਈ ਬਿਜ਼ਨਸ ਲੰਚ ਕਰ ਰਹੇ ਹਾਂ, ਕੋਈ ਡਿਨਰ
ਪ੍ਰਮੋਸ਼ਨਲ ਕੈਂਪੇਨ, ਕੋਈ ਪਬਲਿਕ ਰਿਲੇਸ਼ਨ ਦੇ ਇਵੈਂਟ ਕਰ ਰਹੇ ਹਾਂ ਕਿ ਇਹ ਜਿਹੜੀ ਸੈਕਸ਼ੂਅਲ ਹਰਾਸਮੈਂਟ ਦੀ ਘਟਨਾ ਹੈ ਇਹ ਔਰਤ ਦੇ ਜੀਵਨ ਦੇ ਵਿੱਚ ਕਿਸੇ ਵੀ ਸਥਾਨ 'ਤੇ ਹੋ ਸਕਦੀ ਆ। ਤਾਂ ਜ਼ਰੂਰੀ ਨਹੀਂ ਹੈਗਾ ਕਿ ਇਹ ਵਰਕ ਪਲੇਸ 'ਤੇ ਹੀ ਹੋ। ਜੇਕਰ ਕਿਸੇ ਨਾਲ ਘਟਨਾ ਹੁੰਦੀ ਆ ਤਾਂ ਉਹ ਪੀੜਤ ਆ ਜਿਹੜੀ ਕੀ ਕਰ ਸਕਦਾ? ਸਭ ਤੋਂ ਪਹਿਲਾਂ ਤਾਂ ਜਿਹੜੀ ਪੀੜਤ ਆ ਉਹਨੇ ਜਿਹੜਾ ਵਿਰੋਧੀ ਆ, ਜਿਹੜਾ ਬੰਦਾ ਘਟਨਾ ਨੂੰ ਅੰਜਾਮ ਦੇ ਰਿਹਾ ਹੈ, ਉਸ ਵਿਅਕਤੀ ਨੂੰ ਪਹਿਲਾਂ ਤੁਸੀਂ ਕਹੋ ਕਿ ਤੁਹਾਡਾ ਜਿਹੜਾ ਐਕਟ ਆ ਉਹ ਅਨਵੈਲਕਮ ਆ ਤੇ ਵੀ ਇਹਨੂੰ ਰਿਪੀਟ ਨਾ ਕਰ ਦੁਬਾਰਾ ਤੋਂ। ਜੇਕਰ ਫਿਰ ਵੀ ਉਹ ਕਰ ਰਿਹਾ ਹੈ, ਰਿਪੀਟ ਕਰ ਰਿਹਾ ਹੈ, ਵਾਰ-ਵਾਰ ਕਰ ਰਿਹਾ ਹੈ, ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਜਿਹੜੀ ਇੰਟਰਨਲ ਕੰਪਲੇਂਟ ਕਮੇਟੀ ਆ ਉੱਥੇ ਕੰਪਲੇਂਟ ਕਰੋ। ਜੇਕਰ ਉਹ ਨਹੀਂ ਹੈਗੀ ਲਾਗੂ ਤਾਂ ਜਿਹੜੀ ਲੋਕਲ ਕਮੇਟੀ ਹੁੰਦੀ ਆ, ਲੋਕਲ ਕੰਪਲੇਂਟ ਕਮੇਟੀ ਆ ਉੱਥੇ ਕਰ ਸਕਦੇ ਆ ਤੁਸੀਂ। ਜੇਕਰ ਲੋਕਲ ਕੰਪਲੇਂਟ ਕਮੇਟੀ ਕੋਲ ਵੀ ਨਹੀਂ ਕਰਨੀ, ਤੁਸੀਂ 181 ਤੇ ਫ਼ੋਨ ਨੰਬਰ ਕਰ ਸਕਦੇ ਆ, 100 ਤੇ ਐਮਰਜੈਂਸੀ ਹੈਲਪਲਾਈਨ, ਜਾਂ ਜਿਹੜੀ ਵੀ ਤੁਹਾਡੇ ਉੱਤੇ ਜੋ ਵੀ ਤੁਹਾਨੂੰ ਕਨਵੀਨੀਅੰਟ ਲੱਗਦੀ ਆ ਉਹਦੇ ਉੱਤੇ ਤੁਸੀਂ ਕਰ ਸਕਦੇ ਆ। ਅਤੇ ਜਿਹੜੀ ਕੰਪਲੇਂਟ ਆ ਤੁਸੀਂ ਜਦੋਂ ਵੀ ਕੋਈ ਘਟਨਾ ਹੁੰਦੀ ਆ ਉਹਦੇ 3 ਮਹੀਨੇ ਦੇ ਵਿੱਚ ਕਰਨੀ ਹੁੰਦੀ ਆ। ਪਰ ਜੇਕਰ ਕੁਝ ਹਾਲਾਤ ਐਸੇ ਵੀ ਪੈਦਾ ਹੋ ਸਕਦੇ ਆ ਕਿ ਜਿਹੜੇ ਬੰਦੇ ਨੇ ਸੈਕਸ਼ੂਅਲ ਹਰਾਸਮੈਂਟ ਦੀ ਘਟਨਾ ਨੂੰ ਅੰਜਾਮ ਦਿੱਤਾ ਹੁੰਦਾ ਹੈ ਉਹ ਉਸ ਔਰਤ ਨੂੰ ਦਬਾ ਲੈਂਦਾ ਹੈ, ਜਾਣੀ ਕਿ ਉਹਦੇ ਉੱਤੇ ਪ੍ਰੈਸ਼ਰ ਬਿਲਡ ਕਰ ਦਿੰਦਾ ਹੈ, ਉਹਦੀ ਜਿਹੜੀ ਲਾਈਫ ਆ ਉਹਨੂੰ ਥ੍ਰੈਟ ਕਰਦਾ ਹੈ, ਜ਼ਿੰਦਗੀ ਨੂੰ ਖ਼ਤਮ ਕਰਨ ਦੀ ਜਿਹੜੀ ਧਮਕੀ ਦਿੰਦਾ ਕਿ ਤੈਨੂੰ ਮੈਂ ਮਾਰ ਦੇਵਾਂਗਾ। ਤਾਂ ਜਿਹੜੀ ਇਹ ਕੰਪਲੇਂਟ ਆ ਉਹ 3 ਮਹੀਨੇ ਤੋਂ ਬਾਅਦ ਵੀ ਜਿਹੜੀ ਦਰਜ ਕਰਵਾਈ ਜਾ ਸਕਦੀ ਹੈ। ਜਿਹੜੀ ਲੋਕਲ ਕੰਪਲੇਂਟ ਕਮੇਟੀ ਹੁੰਦੀ ਆ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਜਿਹੜੀ ਹੁੰਦੀ ਆ ਡਿਸਟ੍ਰਿਕਟ ਲੈਵਲ 'ਤੇ ਹੁੰਦੀ ਆ ਜਿਹੜੀ ਕਮੇਟੀ ਬਣੀ ਵੀ ਹੁੰਦੀ ਆ, ਜਾਣੀ ਕਿ ਜ਼ਿਲ੍ਹੇ ਪੱਧਰ 'ਤੇ ਜਿਹੜੀ ਕਮੇਟੀ ਬਣੀ ਵੀ ਹੁੰਦੀ ਆ ਕਿ ਉਹ ਜ਼ਿਲ੍ਹੇ ਦੇ ਵਿੱਚ ਹੀ ਜਾ ਕੇ ਕੰਪਲੇਂਟ ਕਰਵਾਉਣੀ ਹੈ, ਨਹੀਂ ਐਸੀ ਕੋਈ ਗੱਲ ਨਹੀਂ ਹੈਗੀ। ਉਹ ਤੋਂ ਬਾਅਦ ਜਿਹੜੇ ਬਲਾਕ ਪੱਧਰ ਆ ਇਹਨਾਂ ਦੇ ਉੱਤੇ ਇੱਕ ਨੋਡਲ ਅਫਸਰ ਲਾਗੂ ਕੀਤਾ ਗਿਆ ਹੈ ਜਿਹੜਾ ਕਿ ਕੰਪਲੇਂਟ ਦਰਜ ਕਰ ਸਕਦਾ ਹੈ। ਅਤੇ ਜਿਹੜਾ ਨੋਡਲ ਅਫਸਰ ਆ ਜਿਹੜੀ ਉਹ ਪੀੜਤ ਆ ਉਹ ਤੋਂ ਕੰਪਲੇਂਟ ਲੈ ਕੇ ਡਿਸਟ੍ਰਿਕਟ ਕਮੇਟੀ ਨੂੰ ਫਾਰਵਰਡ ਕਰ ਦੇਗਾ ਅਤੇ ਉਹ ਤੋਂ ਬਾਅਦ ਜਿਹੜੀ ਉਹਨੇ ਆਪਣੀ ਕਾਰਵਾਈ ਕਰਨੀ ਆ ਡਿਸਟ੍ਰਿਕਟ ਕਮੇਟੀ ਨੇ ਉਹ ਕਰ ਸਕਦੀ ਆ। ਅਤੇ ਜੇਕਰ ਤੁਸੀਂ ਨਹੀਂ ਵੀ ਕੰਪਲੇਂਟ ਕਮੇਟੀ ਦੇ ਕੋਲ ਜਾਣਾ ਤਾਂ ਸਿੱਧਾ ਹੀ ਪੁਲਿਸ ਦੇ ਕੋਲ ਜਾ ਕੇ FIR ਦਰਜ ਕਰਵਾ ਸਕਦੇ ਆ। ਪੌਸ਼ ਐਕਟ ਦੇ ਅਧੀਨ ਸ਼ਿਕਾਇਤ ਦਰਜ ਕੌਣ ਕਰਵਾ ਸਕਦਾ? ਐਗਰੀਵੀਡ ਵੂਮੈਨ, ਮਤਲਬ ਕਿ ਜਿਹੜੀ ਪੀੜਤ ਔਰਤ ਆ ਖੁਦ ਕਰਵਾ ਸਕਦੀ ਆ। ਅਤੇ ਜੇਕਰ ਉਹ ਫਿਜ਼ੀਕਲ ਤੌਰ 'ਤੇ ਦਿਵਿਆਂਗ ਪਰਸਨ ਆ ਕੋਈ, ਜਾਣੀ ਕਿ ਫਿਜ਼ੀਕਲ ਇਨਕੰਪੈਸਿਟੀ ਆ ਉਹਦੇ ਵਿੱਚ, ਤਾਂ ਉਹਦਾ ਕੋਈ ਵੀ ਰਿਲੇਟਿਵ ਕਰਵਾ ਸਕਦਾ ਹੈ, ਕੋਈ ਫਰੈਂਡ ਕਰਵਾ ਸਕਦਾ ਹੈ, ਉਹਦਾ ਜਿਹੜੇ ਨਾਲ ਕੋਈ ਕੰਮ ਕਰਦਾ ਹੈ ਉਹ ਕਰਵਾ ਸਕਦਾ ਹੈ, ਕੋਈ NCW ਜਾਂ SCW ਜੋ ਵੀ ਲਾਗੂ ਹੋਵੇ ਉਹਨਾਂ ਦੇ ਅਧਿਕਾਰੀ ਜਾਂ ਕਰਮਚਾਰੀ ਕਰਵਾ ਸਕਦੇ ਆ। ਅਤੇ ਕੋਈ ਵੀ ਪਰਸਨ ਜਿਹਨੂੰ ਘਟਨਾ ਬਾਰੇ ਜਾਣਕਾਰੀ ਹੋਵੇ ਉਹ ਰਿਟਨ ਕੰਸੈਂਟ ਲੈ ਕੇ ਪੀੜਤ ਔਰਤ ਦੀ ਜਿਹੜੀ ਸਹਿਮਤੀ ਲੈ ਕੇ ਉਹ ਆਪਣੀ ਕੰਪਲੇਂਟ ਦਰਜ ਕਰਵਾ ਸਕਦਾ। ਜੇਕਰ ਉਸ ਔਰਤ ਦੀ ਜਿਹੜੀ ਮੈਂਟਲ ਤੌਰ 'ਤੇ ਇਨਕੰਪੈਸਿਟੀ ਆ ਤਾਂ ਉਹਦਾ ਕੋਈ ਵੀ ਰਿਲੇਟਿਵ ਕਰਵਾ ਸਕਦਾ, ਕੋਈ ਫਰੈਂਡ ਕਰਵਾ ਸਕਦਾ ਹੈ, ਜਾਂ ਜੇਕਰ ਕੋਈ ਉਹਦਾ ਐਜੂਕੇਟਰ ਨਿਯੁਕਤ ਕੀਤਾ ਗਿਆ ਕੋਈ ਪੜ੍ਹਾਉਣ ਵਾਸਤੇ ਤਾਂ ਉਹ ਵੀ ਕਰਵਾ ਸਕਦਾ ਹੈ। ਅਤੇ ਜਿਹੜਾ ਕੁਆਲੀਫਾਈਡ ਆ ਜਿਹੜਾ ਸਾਈਕੋਲੋਜਿਸਟ ਜਾਂ ਸਾਈਕੈਟਰਿਸਟ ਉਹ ਵੀ ਕਰਵਾ ਸਕਦਾ, ਜਿਹੜੇ ਉਹਦੇ ਡਾਕਟਰ ਹੁੰਦੇ ਆ, ਜਾਂ ਫਿਰ ਕੋਈ ਵੀ ਜਿਹੜਾ ਉਹਦਾ ਗਾਰਡੀਅਨ ਹੁੰਦਾ ਜਿਹੜਾ ਲਾ ਦੇ ਅਧੀਨ ਨਿਯੁਕਤ ਕੀਤਾ ਗਿਆ ਹੈ। ਅਤੇ ਐਨੀ ਪਰਸਨ ਵੀ ਜਿਹੜਾ ਜਿਹਨੂੰ ਉਸ ਘਟਨਾ ਦੀ ਜਾਣਕਾਰੀ ਆ ਉਹ ਕੇਸ ਦੇ ਵਿੱਚ ਜਿਹੜੀ ਕੰਪਲੇਂਟ ਕਰਵਾ ਸਕਦਾ, ਦਰਜ ਕਰਵਾ ਸਕਦਾ ਹੈ। ਅਤੇ ਜੇਕਰ ਖੁਦ ਪੀੜਤ ਔਰਤ ਖੁਦ ਹੀ ਨਾ ਕਰਨਾ ਚਾਹੁੰਦੇ ਹੋਵੇ ਜਾਂ ਇਸ ਪੋਜੀਸ਼ਨ ਵਿੱਚ ਨਹੀਂ ਹੈਗੀ ਕਿ ਮੈਂ ਕੰਪਲੇਂਟ ਦਰਜ ਨਹੀਂ ਕਰਵਾ ਸਕਦੀ, ਤਾਂ ਕੋਈ ਵੀ ਵਿਅਕਤੀ ਜਿਹਨੇ ਘਟਨਾ ਨੂੰ ਵੇਖਿਆ ਹੈ ਤਾਂ ਉਸ ਔਰਤ ਦੀ ਜਿਹੜੀ ਸਹਿਮਤੀ ਲੈ ਕੇ ਅਸੀਂ ਕੰਪਲੇਂਟ ਉਹ ਦਰਜ ਕਰਵਾ ਸਕਦਾ ਹੈ ਉਹ ਵਿਅਕਤੀ। ਜੇਕਰ ਔਰਤ ਦੀ ਡੈਥ ਹੋ ਜਾਂਦੀ ਆ ਤਾਂ ਕੋਈ ਵੀ ਪਰਸਨ ਆ ਜਿਹੜਾ ਉਸ ਔਰਤ ਦੇ ਲੀਗਲ ਹੇਅਰ ਤੋਂ ਕੰਸੈਂਟ ਲੈ ਕੇ ਹੀ ਕੰਪਲੇਂਟ ਕਰ ਸਕਦਾ ਹੈ, ਜਾਂ ਫਿਰ ਉਸ ਔਰਤ ਦੇ ਜਿਹੜੇ ਲੀਗਲ ਹੇਅਰ ਹੁੰਦੇ ਆ ਉਹ ਵੀ ਕੰਪਲੇਂਟ ਦਰਜ ਕਰਵਾ ਸਕਦਾ। ਅਤੇ ਜੇਕਰ ਕਿਤੇ ਕੰਪਲੇਂਟ ਕੀਤੀ ਗਈ ਆ ਤਾਂ ਕੋਈ ਜਿਹੜੀ ਔਰਤ ਆ ਉਹ ਕਿਤੇ ਕੋਈ ਰਿਲੀਫ ਜਿਹੜਾ ਮੰਗ ਸਕਦੀ ਆ ਡਿਊਰਿੰਗ ਇਨਕੁਆਇਰੀ। ਜੇਕਰ ਕਿਸੇ ਨਾਲ ਇਹ ਘਟਨਾ ਵਾਪਰਦੀ ਆ ਤਾਂ ਜਾਂ ਤਾਂ ਉਹ ਖੁਦ ਆਪਣੀ ਜਿਹੜੀ ਬਦਲੀ ਆ ਕਿਸੇ ਹੋਰ ਆਪਣੇ ਨੇੜੇ ਦੇ ਸਥਾਨ 'ਤੇ ਕਰਵਾ ਸਕਦੀ ਆ, ਜਾਂ ਜਿਹਦੇ ਵਿਰੁੱਧ ਜਿਹਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਤਾਂ ਉਸ ਵਿਅਕਤੀ ਦੀ ਜਿਹੜੀ ਆ ਟਰਾਂਸਫਰ ਕਦੇ ਵੀ ਕਰਵਾ ਸਕਦੀ ਆ ਉਹ ਆਪਣੀ ਸਮਰੱਥ ਅਧਿਕਾਰੀ ਨੂੰ, ਕੰਪੀਟੈਂਟ ਅਥਾਰਟੀ ਦੇ ਕੋਲ ਪੇਸ਼ ਹੋ ਕੇ। ਅਤੇ ਜਿਹੜੀ ਗ੍ਰਾਂਟ ਅਤੇ ਜਿਹੜੀ ਪੀੜਤ ਔਰਤ ਆ ਉਹਨੂੰ 3 ਮਹੀਨੇ ਤੱਕ ਦੀ ਛੁੱਟੀ ਆ ਜਿਹੜੀ ਉਹ ਵੀ ਦਿੱਤੀ ਜਾ ਸਕਦੀ ਆ। ਸਾਰੇ ਉਹਨੂੰ ਜਿਹੜੇ ਭੱਤੇ ਆ ਤਨਖਾਹ ਉਹ ਮਿਲਣਯੋਗ ਹੋਣਗੇ। ਅਤੇ ਜੇਕਰ ਇਹ ਕੰਪਲੇਂਟ ਕਮੇਟੀ ਉਹਦੀ 3 ਮਹੀਨੇ ਦੀ ਜਿਹੜੀ ਉਹਨੂੰ
ਛੁੱਟੀ ਦਿੰਦੀ ਹੈ। ਜਿਹੜਾ ਰਿਸਪੋਂਡੈਂਟ ਮਤਲਬ ਜਿਹਨੇ ਘਟਨਾ ਨੂੰ ਅੰਜਾਮ ਦਿੱਤਾ ਹੈ ਤੇ ਉਹਨੂੰ ਉਸ ਸਥਾਨ ਉੱਤੇ, ਜਿਸ ਸਥਾਨ ਉੱਤੇ ਜਿਹੜੀ ਔਰਤ ਆ, ਪੀੜਤ ਔਰਤ ਆ, ਉਸ ਸਥਾਨ ਉੱਤੇ ਉਹਨੂੰ ਆਉਣ ਤੋਂ ਰੋਕਿਆ ਵੀ ਜਾ ਸਕਦਾ ਹੈ। ਇਸ ਤੋਂ ਇਲਾਵਾ ਜਿਹੜਾ ਉਹ ਉਸ ਔਰਤ ਦੀ, ਜਿਹੜੀ ਵੀ ਪੀੜਤ ਔਰਤ ਆ, ਉਹਦੀ ਸੁਪਰਵਾਈਜ਼ਿੰਗ ਕਰਨ ਵਾਸਤੇ ਵੀ ਉਹਨੂੰ ਰੋਕਿਆ ਜਾ ਸਕਦਾ। ਭਾਵ ਉਹਦਾ ਜਿਹੜਾ ਕੰਮਕਾਰ ਆ, ਜਿਸ ਵਿਅਕਤੀ ਨੇ ਘਟਨਾ ਨੂੰ ਅੰਜਾਮ ਦਿੱਤਾ ਹੈ, ਉਹ ਵਿਅਕਤੀ ਉਸ ਔਰਤ ਦਾ ਕੰਮਕਾਜ ਨਹੀਂ ਵੇਖੇਗਾ। ਪੌਸ਼ ਐਕਟ 2013 ਦੇ ਅਧੀਨ ਕੋਈ ਵੀ ਸਰਵਿਸ ਰੂਲਾਂ ਦੇ ਵਿੱਚ ਜੇਕਰ ਮੈਂਸ਼ਨ ਕੀਤਾ ਗਿਆ ਹੈ, ਜੇਕਰ ਕੋਈ ਮੈਂਸ਼ਨ ਨਹੀਂ ਕੀਤਾ ਗਿਆ ਹੈਗਾ ਤਾਂ ਉਹਦੇ ਵਿਰੁੱਧ ਅਸੀਂ ਉਹਦੇ ਰਿਟਰਨ ਦੇ ਵਿੱਚ ਮਾਫੀ ਲਿਖਵਾ ਸਕਦੇ ਹਾਂ, ਵਾਰਨਿੰਗ ਜਾਰੀ ਕਰ ਸਕਦੇ ਹਾਂ, ਸੰਸ਼ੋਰ ਜਾਰੀ ਕਰ ਸਕਦੇ ਹਾਂ, ਉਹਦੀ ਜਿਹੜੀ ਪ੍ਰਮੋਸ਼ਨ ਆ ਉਹ ਰੋਕ ਸਕਦੇ ਹਾਂ, ਇੰਕਰੀਮੈਂਟ ਰੋਕ ਸਕਦੇ ਹਾਂ, ਈਵਨ ਕਿ ਅਸੀਂ ਉਹਨੂੰ ਨੌਕਰੀ ਤੋਂ ਹਟਾ ਵੀ ਸਕਦੇ ਹਾਂ ਤੇ ਉਹਨੂੰ ਕਾਉਂਸਲਿੰਗ ਵਾਸਤੇ ਵੀ ਭੇਜ ਸਕਦੇ ਹਾਂ ਜਿਹੜੇ ਵਿਅਕਤੀ ਨੇ ਘਟਨਾ ਨੂੰ ਅੰਜਾਮ ਦਿੱਤਾ ਹੁੰਦਾ ਹੈ, ਤੇ ਕਮਿਊਨਿਟੀ ਸਰਵਿਸ ਵਾਸਤੇ ਵੀ ਉਹਨੂੰ ਭੇਜ ਸਕਦੇ ਹਾਂ। ਤੇ ਜੇਕਰ ਉਹਦੇ ਐਕਟ ਦੇ ਕਰਕੇ ਜਿਹੜੀ ਪੀੜਤ ਆ ਉਹਨੂੰ ਕੋਈ ਕਿਸੇ ਪ੍ਰਕਾਰ ਦਾ ਲੋਸ ਹੋਇਆ ਹੈ ਤਾਂ ਅਸੀਂ ਉਹਦੀ ਰਿਕਵਰੀ ਕਰ ਸਕਦੇ ਹਾਂ। ਕੋਈ ਉਹਨੂੰ ਮੈਂਟਲ ਟਰਾਮਾ ਹੋ ਗਿਆ, ਜਾਣੀ ਕਿ ਉਹਦੀ ਜਿਹੜੀ ਮੈਂਟਲ ਪੋਜੀਸ਼ਨ ਆ ਉਹ ਪੀੜਤ ਦੀ ਉਹ ਸਹੀ ਨਹੀਂ ਰਹੀ, ਉਹਨੂੰ ਕਿਸੇ ਪ੍ਰਕਾਰ ਦਾ ਦੁੱਖ ਹੋਇਆ, ਸਫਰਿੰਗ, ਇਮੋਸ਼ਨ ਡਿਸਟ੍ਰੈਸ, ਭਾਵ ਕਿ ਉਹਦੀ ਮੈਂਟਲ ਸਿਹਤ ਆ ਉਹ ਸਹੀ ਨਹੀਂ ਰਹੀ ਹੈਗੀ, ਕਿਸੇ ਪ੍ਰਕਾਰ ਦੇ ਜਿਹੜੇ ਮੈਡੀਕਲ ਐਕਸਪੈਂਸਸ ਹੋਏ ਆ, ਮਤਲਬ ਉਹਦੀ ਦਵਾਈ ਉੱਤੇ ਕੋਈ ਖਰਚਾ ਹੋਇਆ ਹੈ, ਤੇ ਜੇਕਰ ਉਹਨੇ ਕੋਈ ਕੈਰੀਅਰ ਦੀ ਅਪਰਚੁਨਿਟੀ ਖੋਤੀ ਉਸ ਔਰਤ ਨੇ ਸੈਕਸੁਅਲ ਹਰਾਸਮੈਂਟ ਦੇ ਘਟਨਾ ਦੇ ਕਰਕੇ, ਜੇਕਰ ਉਸ ਵਿਅਕਤੀ ਤੋਂ ਕੋਈ ਅਮਾਊਂਟ ਨਹੀਂ ਪੇਡ ਕਰ ਸਕਦਾ ਤਾਂ ਅਸੀਂ ਉਹਦੀ ਜਿਹੜੀ ਰਿਕਵਰੀ ਆ ਉਹਦੀ ਲੈਂਡ ਵੇਚ ਕੇ ਕਰ ਸਕਦੇ ਹਾਂ। ਧੰਨਵਾਦ ਦੋਸਤੋ।